समाज के अंदर 4 तरह ਦੀਆਂ ਬਿਲਡਿੰਗਾਂ ਮੰਨੀਆਂ ਜਾਂਦੀਆਂ ਨੇ। ਇੱਕ ਧਨਵਾਨ ਬਣਾਉਂਦੀਆਂ ਮਨੁੱਖ ਨੂੰ, ਦੂਜੀਆਂ ਵਿਦਵਾਨ ਬਣਾਉਂਦੀਆਂ ਨੇ ਮਨੁੱਖ ਨੂੰ, ਤੀਜੀਆਂ ਸ਼ੈਤਾਨ ਬਣਾਉਂਦੀਆਂ ਨੇ ਮਨੁੱਖ ਨੂੰ, ਤੇ ਚੌਥੀ ਬਿਲਡਿੰਗ ਆ ਉਹ ਇਨਸਾਨ ਬਣਾਉਣਾ ਸਿਖਾਉਂਦੀਆਂ ਮਨੁੱਖ ਨੂੰ। ਤੁਸੀਂ ਵੇਖਿਓ ਸਮਾਜ ਅੰਦਰ ਜਿੱਥੇ ਮਨੁੱਖ ਨੇ ਧਨਵਾਨ ਬਣਨਾ ਭਾਵ ਆਪਣੇ ਕੰਮ ਕਾਜ ਕਰਨੇ ਦੇ ਬਹੁਤ ਭੀੜ ਲੱਗੀ ਹੋਵੇਗੀ, ਉੱਥੇ ਸੱਚ ਜਾਣਿਓ ਸ਼ੈਤਾਨ ਬਣਨਾ ਹੋਵੇ ਲੱਖਾਂ ਭੀੜਾਂ ਉੱਥੇ ਵੀ ਮਿਲ ਜਾਣਗੀਆਂ। ਜਦੋਂ ਮਨੁੱਖ ਨੇ ਵਿਦਵਾਨ ਬਣਨਾ ਸਕੂਲਾਂ ਕਾਲਜਾਂ ਦੇ ਵਿੱਚ ਭੀੜ ਉੱਥੇ ਵੀ ਬਹੁਤ ਲੱਗ ਜਾਂਦੀ ਆ। ਕਮਾਲ ਦੀ ਗੱਲ ਆ ਜਿੱਥੇ ਇਨਸਾਨ ਬਣਨਾ ਨਾ ਉੱਥੇ ਦੀ ਭੀੜ ਨਜ਼ਰ ਆਵੇ। ਜਿੱਥੇ ਇਨਸਾਨੀਅਤ ਦਾ ਪਾਠ ਪੜ੍ਹਾਇਆ ਜਾਂਦਾ ਨਾ ਉੱਥੇ ਕਦਾਚਿਤ ਨਹੀਂ ਭੀੜ ਹੋਵੇਗੀ, ਉੱਥੇ ਸਿਰਫ ਟਾਮਾਟਰ ਲਈ ਆਵੇਗਾ। ਜਾਂ ਕੋਈ ਅਜਿਹਾ ਦਿਨ ਨਿਯਤ ਕੀਤਾ ਜਾਵੇਗਾ ਅਸੀਂ ਤਾਂ ਗੁਰੂ ਘਰ ਆਵਾਂਗੇ, ਕੋਈ ਮੱਸਿਆ, ਕੋਈ ਸੰਗਰਾਂਦ, ਕੋਈ ਫਲਾਣਾ ਦਿਨ, ਅਸੀਂ ਉਦੋਂ ਹੀ ਆਵਾਂਗੇ ਜਦੋਂ ਸਾਨੂੰ ਜਿੱਥੋਂ ਅਸੀਂ ਇਨਸਾਨੀਅਤ ਸਿੱਖਣੀ ਆ ਉਹਦੇ ਵਾਸਤੇ ਅਸੀਂ ਸਿਰਫ ਆਪਣੇ ਥੋੜੇ ਜਿਹੇ 94 ਜਿਹੇ ਦਿਨ ਰੱਖੇ ਨੇ ਤਾਂ ਅਸੀਂ ਇਨਸਾਨੀਅਤ ਦੇ ਲਈ ਆਉਂਦੇ ਹਾਂ। ਹੁਣ ਗੁਰੂ ਨਾਨਕ ਸਾਹਿਬ ਜੀ ਨੇ ਮੁੱਢ ਹੀ ਇਨਸਾਨੀਅਤ ਤੋਂ ਸ਼ੁਰੂ ਕੀਤਾ ਆ। ਹਜੇ 7 ਸਾਲ ਦੀ ਉਮਰ ਹੋਈ ਆ ਗੁਰੂ ਨਾਨਕ ਪਾਤਸ਼ਾਹ ਜੀ ਦੀ। ਸਤਿਗੁਰੂ ਜੀ ਨੂੰ ਪਾਂਧੇ ਦੇ ਕੋਲ ਪੜ੍ਹਨ ਲਈ ਭੇਜ ਦਿੱਤਾ। ਹੁਣ ਜੇ ਸਿੱਖਿਆ ਦੇਣੀ ਸੀ ਮਾਤਾ ਪਿਤਾ ਨੂੰ ਵੀ ਦਿੱਤੀ ਜਾ ਸਕਦੀ ਆ, ਇੱਕ ਵਿਦਿਆਰਥੀ ਨੂੰ ਵੀ ਸਿੱਖਿਆ ਦਿੱਤੀ ਜਾ ਸਕਦੀ ਆ, ਪਰ ਨਹੀਂ, ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾ ਸਬੰਧ ਬਣਾਇਆ ਪਾਂਧੇ ਦੇ ਨਾਲ, ਟੀਚਰ ਦੇ ਨਾਲ, ਉਸਤਾਦ ਦੇ ਨਾਲ ਸਿੱਧਾ ਸਬੰਧ ਬਣਾਇਆ ਵੀ ਨਹੀਂ, ਇਹਨੇ ਸਾਰਿਆਂ ਨੂੰ ਗਿਆਨ ਦੇਣਾ, ਇਹਦੇ ਨਾਲ ਵਿਚਾਰ ਕੀਤੀ ਜਾਵੇ, ਪਾਂਧੇ ਨੂੰ ਸਮਝਾਇਆ ਜਾਵੇ। ਜੇ ਪਾਂਧਾ ਸਮਝ ਗਿਆ ਸਾਰੇ ਸਿੱਖਿਆ ਲੈਣ ਵਾਲੇ ਸਮਝ ਜਾਣਗੇ। ਪਾਂਧੇ ਕੋਲ 7 ਸਾਲ ਦੀ ਉਮਰ ਵਿੱਚ ਜਾ ਕੇ ਸਮਝਾਉਂਦੇ ਨੇ, ਪਾਂਧੇ ਨਾਲ ਗੱਲਾਂ ਕਰਦੇ ਨੇ, ਪਾਂਧਾ ਜੀ ਜਿਹੜੀ ਸਿੱਖਿਆ ਦੇਣ ਲੱਗੇ ਹੋ ਮੇਰੀ ਨਿੱਜੀ ਜ਼ਿੰਦਗੀ 'ਚ ਇਹਦਾ ਕੋਈ ਰੋਲ ਹੈ? ਕਿਉਂਕਿ ਦੁੱਖ ਦੀ ਗੱਲ ਆ ਨਾ, ਪੜ੍ਹਾਈਆਂ ਤਾਂ ਅਸੀਂ ਵੀ ਬਹੁਤ ਕਰਦੇ ਆ, ਪੜ੍ਹਾਈਆਂ ਤਾਂ ਮੈਂ ਵੀ ਬਹੁਤ ਕੀਤੀਆਂ ਨੇ, ਪਰ ਕੀ ਮੇਰੀ ਨਿੱਜੀ ਜ਼ਿੰਦਗੀ ਵਿੱਚ ਉਹ ਵਾਲੀ ਪੜ੍ਹਾਈ ਦੀ ਅਹਿਮੀਅਤ ਹੈ? ਅਸੀਂ ਕਿੰਨਾ ਪੜ੍ਹ ਕੇ ਆਵਾ, ਪਰ ਕਿੰਨਾ ਪੜ੍ਹ ਕੇ ਅਸੀਂ ਆਪਣੇ ਆਪ ਦੇ ਵਿੱਚ ਵਿਦਵਾਨ ਬਣ ਗਏ ਆ। ਵਿਦਵਾਨ ਬਣ ਕੇ ਪਰ ਸਾਡੀ ਸੋਚ ਕਿਵੇਂ ਦੀ ਹੋ ਗਈ ਆ ਵਾ। ਇੱਕ ਬੱਚਾ ਪੜ੍ਹ ਲਿਖ ਕੇ ਇੰਨਾ ਉੱਚਾ ਮੁਕਾਮ ਹਾਸਲ ਕਰ ਲੈਂਦਾ ਆ, ਪਰ ਉਹ ਆਪਣੇ ਪਿਓ ਨੂੰ ਕਹਿ ਦਿੰਦਾ ਵੀ ਤੂੰ ਮੇਰੇ ਕਾਲਜ ਵਿੱਚ ਨਾ ਆਈ, ਤੇਰੇ ਜਿਹੜੇ ਕੱਪੜੇ ਨੇ ਨਾ ਪੇਂਡੂ ਜਿਹੇ, ਜਿਹੜੇ ਤੇਰੇ ਸਾਦੇ ਕੱਪੜੇ ਨੇ, ਮੇਰੇ ਇੱਕ ਉਹ ਵਿਦਿਆ ਦੇ ਖੇਤਰ ਵਿੱਚ ਨਾ ਮੇਰੀ ਜਿਹੜੀ ਪਰਸਨੈਲਿਟੀ ਆ ਉਹਨੇ ਥੱਲੇ ਗਿਰ ਜਾਣਾ ਆ ਵਾ। ਇੱਕ ਬੱਚਾ ਐਡਾ ਵਿਦਵਾਨ ਬਣ ਗਿਆ ਆਪਣੇ ਪਿਓ ਨੂੰ ਪਿਓ ਵਾਲਾ ਸਤਿਕਾਰ ਨਹੀਂ ਦਿੰਦਾ। ਅਸੀਂ ਵੇਖਦੇ ਹਾਂ ਨਾ ਸਮਾਜ ਅੰਦਰ ਮਾਂ ਤਾਂ ਮਮਤਾ ਦੀ ਮਾਰੀ ਆਪਣੇ ਪੁੱਤ ਨੂੰ ਰੋਟੀ ਦੇਣ ਸਕੂਲ ਜਾਂਦੀ ਆ, ਪਰ ਬੱਚਾ ਕੀ ਕਹਿੰਦਾ ਵੀ ਇੱਥੇ ਨਾ ਆਵੀਂ, ਜਿਹਦੇ ਤੂੰ ਆ ਜਾਂਦੀ ਆ ਮਾਂ ਮੈਨੂੰ ਦੁਨੀਆ ਦੇ ਲੋਕ ਮੇਰੇ ਨਾਲ ਦੇ ਤਾਨੇ ਮਾਰਦੇ ਨੇ ਵੀ ਦੇਖ ਤੇਰੀ ਮਾਂ ਦਾ ਚਿਹਰਾ ਕਿਵੇਂ ਦਾ। ਬੰਦਾ ਗਿਆਨਵਾਨ ਹੋ ਜਾਂਦਾ, ਇਨਸਾਨੀਅਤ ਨਹੀਂ ਸਿੱਖਦਾ। ਸ਼ਾਇਦ ਇਸੇ ਕਰਕੇ ਸਾਡੇ ਸਮਾਜ ਵਿੱਚ ਅਸੀਂ ਜਿੰਨੀ ਵੀ ਵਿਦਵਾਨ ਵਾਲੀ ਪੜ੍ਹਾਈ ਕੀਤੀ ਆ ਵਾ ਸਾਡੀ ਨਿੱਜੀ ਜ਼ਿੰਦਗੀ ਵਿੱਚ ਉਹਦੀ ਕੋਈ ਅਹਿਮੀਅਤ ਨਹੀਂ। ਅਸੀਂ ਆਖਦੇ ਆ, ਮੈਂ ਵੀ ਆਖਦਾ ਆ, ਮੇਰੇ ਬੱਚੇ ਹੋਣ ਵਧੀਆ ਪੜ੍ਹ ਲਿਖ ਜਾਣ, ਨੌਕਰੀਆਂ ਤੇ ਲੱਗ ਜਾਣ, ਇੰਨੀ ਕੁ ਰੱਖਦੇ ਆ, ਪਰ ਵਿਰਲੇ ਨੇ ਜਿਹੜੇ ਕਹਿੰਦੇ ਨੇ ਪੜ੍ਹ ਲਿਖ ਵੀ ਜਾਣ, ਮੇਰਾ ਬੱਚਾ ਇਨਸਾਨ ਬਣ ਜਾਵੇ, ਇਹਦੇ ਕੋਲ ਇਨਸਾਨੀਅਤ ਦੇ ਗੁਣ ਆ ਜਾਣ। ਗੁਰੂ ਨਾਨਕ ਸਾਹਿਬ ਜੀ ਨੇ ਪਾਂਧੇ ਨਾਲ ਜਾ ਕੇ ਇਹੋ ਗੱਲ ਕੀਤੀ, ਪਾਂਧਾ ਜੀ ਜਿਹੜੀ ਪੜ੍ਹਾਈ ਮੈਨੂੰ ਸਿਖਾਉਣ ਲੱਗੇ ਹੋ ਮੈਨੂੰ ਦੱਸੋ ਵੀ ਇਹਦਾ ਨਿੱਜੀ ਜ਼ਿੰਦਗੀ ਵਿੱਚ ਕੀ ਰੋਲ ਆ ਵਾ। ਫਿਰ ਪਾਂਧੇ ਨਾਲ ਜਦੋਂ ਐਵੇਂ ਦੀਆਂ ਪਾਂਧੇ ਦੇ ਨਾਲ ਵਿਚਾਰਾਂ ਕੀਤੀਆਂ, ਪਾਂਧਾ ਹੈਰਾਨ ਹੋ ਕੇ ਕਹਿਣ ਲੱਗਾ ਕਿ ਮੇਰੇ ਨਾਲ ਅੱਜ ਤੱਕ ਨਹੀਂ ਕਦੇ ਕਿਸੇ ਨੇ ਗੱਲ ਕੀਤੀ ਐਵੇਂ। ਮੈਥੋਂ ਫਾਰਸੀ ਸਿੱਖਣ ਆਇਆ, ਸੰਸਕ੍ਰਿਤੀ ਸਿੱਖਣ ਆਇਆ, ਮੈਥੋਂ ਉਰਦੂ ਵੀ ਸਿੱਖਣ ਆਇਆ, ਮੈਂ ਝੱਟ ਸਿਖਾ ਦਿੱਤੀ, ਪਰ ਇਨਸਾਨੀਅਤ ਦਾ ਪਾਠ ਪੜ੍ਹਾਉਣ ਵਾਲੇ ਪਹਿਲੇ ਗੁਰੂ ਨਾਨਕ ਸਾਹਿਬ ਜੀ ਨੇ, ਜਿਨ੍ਹਾਂ ਨੇ ਜਾ ਕੇ ਸਿੱਧਾ ਹੀ ਉਸ ਜੜ ਦੇ ਉੱਤੇ ਹਮਲਾ ਕੀਤਾ, ਇਨਸਾਨੀਅਤ ਦਾ ਪਾਠ ਪੜ੍ਹਾਇਆ। ਸਮਾਂ ਬਦਲਿਆ, 2-3 ਸਾਲ ਹੋਰ ਬੀਤੇ,
ਸਾਰੇ ਘਰ ਵਾਲਿਆਂ ਨੇ ਬਣਾਇਆ, ਕਿਉਂਕਿ ਹੁਣ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਹਜੇ ਹਿੰਦੂਆਂ ਦੇ ਨਾਲੇ, ਸਤਿਗੁਰੂ ਜੀ ਦਾ ਜਨਮ ਹਿੰਦੂ ਜਾਤੀ ਦੇ ਵਿੱਚੋਂ ਆ ਤੇ ਹਿੰਦੂਆਂ ਦਾ ਸਮਾਜ ਆ। ਹੁਣ ਸਾਰੇ ਹਿੰਦੂ ਸਮਾਜ ਵਾਲੇ ਲੋਕ ਬੈਠੇ ਨੇ, ਗੁਰੂ ਨਾਨਕ ਸਾਹਿਬ ਜੀ ਵੀ ਬੈਠੇ ਨੇ। ਗੁਰੂ ਨਾਨਕ ਸਾਹਿਬ ਜੀ ਨੂੰ ਜਨੇਊ ਪਵਾਉਣ ਦੀ ਰਸਮ ਸ਼ੁਰੂ ਹੁੰਦੀ ਆ। ਪੰਡਤ ਹਰਦਿਆਲ ਜੀ ਘਰ ਵਿਖੇ ਆਉਂਦੇ ਨੇ। ਸਤਿਗੁਰੂ ਜੀ ਨੇ ਸਾਰੇ ਜਿਹੜੇ ਪ੍ਰੋਗਰਾਮ ਨੇ ਨਾ ਉਹ ਸਾਰਾ ਉਲੀਕਿਆ ਗਿਆ ਵੀ ਇਸ ਦਿਨ ਜਨੇਊ ਧਾਰਨ ਕਰਨਾ ਆ, ਇਸ ਦਿਨ ਗੁਰੂ ਨਾਨਕ ਸਾਹਿਬ ਜੀ ਨੂੰ ਚੌਂਕੀ ਤੇ ਬਿਠਾ ਕੇ ਜਨੇਊ ਪਵਾਉਣਾ ਆ। ਆਹ ਪੰਡਤ ਹਰਦਿਆਲ ਨੇ ਬਣਾਉਣਾ ਆ। ਸਾਰੇ ਰਿਸ਼ਤੇਦਾਰ, ਸਕੇ ਸੰਬੰਧੀ, ਪਿੰਡ ਦੇ ਪਟਵਾਰੀ ਨੇ ਪਿਤਾ ਜੀ, ਸਾਰਾ ਪਿੰਡ ਵੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਆ ਕੇ ਬਹਿ ਗਿਆ। ਗੁਰੂ ਨਾਨਕ ਸਾਹਿਬ ਜੀ ਨੇ ਮਨਾ ਹੀ ਨਹੀਂ ਕੀਤਾ। ਜਦੋਂ ਜਾ ਕੇ ਚੌਂਕੀ ਤੇ ਬੈਠੇ, ਫਿਰ ਗੁਰੂ ਨਾਨਕ ਸਾਹਿਬ ਜੀ ਨੇ ਪਾਂਡੇ ਦੀ ਬਾਹ ਫੜ ਲਈ, ਪੰਡਤ ਹਰਦਿਆਲ ਦੀ ਬਾਹ ਫੜ ਕੇ ਕਹਿਣ ਲੱਗੇ ਵੀ ਇਹ ਕੀ ਪਾਉਣ ਲੱਗੇ ਹੋ? ਜੇ ਮਨਾ ਹੀ ਕਰਨਾ ਸੀ ਤੇ ਪਹਿਲਾਂ ਵੀ ਤਾਂ ਕੀਤਾ ਜਾ ਸਕਦਾ। ਜੇ ਅਸੀਂ ਮਨਾ ਹੀ ਕਰਨਾ ਆ, ਗੁਰੂ ਨਾਨਕ ਸਾਹਿਬ ਨੇ ਮਨਾ ਹੀ ਕਰਨਾ ਸੀ ਤੇ ਪਹਿਲਾਂ ਹੀ ਕੋਤਾਹੀ ਵਰਤ ਲੈਂਦੇ। ਪਰ ਨਹੀਂ, ਸਤਿਗੁਰੂ ਜੀ ਨੇ ਹੁਣ ਇੱਕ ਹੋਰ ਜਿਹੜੀ ਹਿੰਦੂ ਸਮਾਜ ਦੀ ਜੜ ਆ ਨਾ, ਹੁਣ ਉਹਦੇ ਤੇ ਸਤਿਗੁਰੂ ਜੀ ਨੇ ਉਹਨੂੰ ਸਮਝਾਉਣਾ ਇਨਸਾਨੀਅਤ ਦਾ ਪਾਠ। ਉਹਨੂੰ ਇਨਸਾਨੀਅਤ ਦਾ ਪਾਠ ਪੜ੍ਹਾਉਣ ਵਾਸਤੇ ਸਾਰਾ ਕਾਰਜ ਉਲੀਕਿਆ ਆਪ ਵਿੱਚ ਬੈਠ ਕੇ। ਹੁਣ ਜਦੋਂ ਆਪ ਬੈਠੇ ਨੇ ਵਿੱਚ, ਜਦੋਂ ਜਨੇਊ ਪਾਉਣ ਲੱਗੇ ਨੇ, ਪੰਡਤ ਹਰਦਿਆਲ ਜੀ ਤੇ ਬਾਂਹ ਫੜ ਕੇ ਕਹਿਣ ਲੱਗੇ ਵੀ ਮੈਨੂੰ ਇੰਜ ਦੱਸੋ, ਇਹ ਜਨੇਊ ਦਾ ਕੀ ਫਾਇਦਾ ਆ, ਤੇ ਜਿਹੜਾ ਮੇਰੇ ਜਨੇਊ ਪਵਾਉਣ ਲੱਗੇ ਹੋ ਇਹਦਾ ਕੀ ਆ, ਕਿ ਤੁਹਾਡੇ ਜਿਹੜਾ ਜਨੇਊ ਪਹਿਨਿਆ ਇਹ ਕੁਝ ਹੋਰ ਆ ਵਾ। ਕਿਉਂਕਿ ਜਨੇਊਆਂ ਦੇ ਵਿੱਚ ਵੀ ਫਰਕ ਆ ਨਾ। ਉੱਚੀ ਜਾਤੀ ਦੇ ਜਿਹੜੇ ਬ੍ਰਾਹਮਣ ਨੇ ਉਹ ਤਾਂ ਉੱਚੀ ਜਾਤੀ ਦਾ, ਉਹਨਾਂ ਦਾ ਵੱਖਰਾ ਆਪਣਾ ਜਨੇਊ ਆ ਵਾ, ਤੇ ਜਿਹੜਾ ਗੁਰੂ ਨਾਨਕ ਸਾਹਿਬ ਜੀ ਖੱਤਰੀ ਨੇ ਇਹਨਾਂ ਦਾ ਇੱਕ ਵੱਖਰਾ ਆ ਜਨੇਊ। ਜਿਹੜੇ ਵੈਸ਼ ਨੇ ਉਹਨਾਂ ਦਾ ਨੀਵੇਂ ਦਰਜੇ ਦੇ ਨੇ, ਉਹਨਾਂ ਦਾ ਆਪਣਾ ਜਨੇਊ ਆ ਵਾ। ਜਨੇਊਆਂ ਦੇ ਵਿੱਚ ਵੀ ਵੰਡੀਆਂ ਪਾਈਆਂ ਹੋਈਆਂ ਨੇ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਵੀ ਮੈਨੂੰ ਇੱਕ ਗੱਲ ਦੱਸੋ ਪੰਡਤ ਜੀ, ਜਿਹੜਾ ਜਨੇਊ ਮੈਨੂੰ ਪਵਾਉਣ ਲੱਗੇ ਹੋ, ਮੇਰੇ ਤੋਂ ਵੱਡੀ ਮੇਰੀ ਭੈਣ ਬੈਠੀ ਆ, ਮੇਰੀ ਮਾਂ ਬੈਠੀ ਆ, ਇਹਨੂੰ ਵੀ ਪਵਾ ਦਵੋ। ਪੰਡਤ ਜੀ ਕਹਿੰਦੇ ਇਸਤਰੀ ਨਹੀਂ ਪਾ ਸਕਦੀ ਇਹ ਕਹਿਣ ਲੱਗੇ ਵੀ ਮੈਨੂੰ ਵੀ ਫਿਰ ਕਿਉਂ ਪਵਾਉਂਦੇ ਹੋ? ਜਿਹੜੀ ਚੀਜ਼ ਮੇਰੀ ਭੈਣ ਨਹੀਂ ਪਾ ਸਕਦੀ, ਮੇਰੇ ਪਿਤਾ ਨੇ ਤਾਂ ਕਦੇ ਵਿਤਕਰਾ ਹੀ ਨਹੀਂ ਕੀਤਾ ਸਾਡੇ ਨਾਲ। ਜਿਹੜੀ ਚੀਜ਼ ਭੈਣ ਨਾਨਕੀ ਲਈ ਆਉਂਦੀ ਆ ਉਹੀ ਉਹ ਮੈਨੂੰ ਆਉਂਦੀ ਆ। ਜਿਹੜਾ ਖਿਡੌਣਾ ਮੈਨੂੰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਮੈਨੂੰ ਮਿਲਦਾ ਉਹੀ ਮੇਰੀ ਭੈਣ ਨੂੰ ਮਿਲਦਾ। ਜਿਹੜਾ ਅੰਨ ਦਾ ਟੁਕੜਾ ਮੇਰੀ ਭੈਣ ਖਾਂਦੀ ਆ ਉਹੀ ਮੈਂ ਖਾਂਦਾ ਆ। ਸਗੋਂ ਮੇਰੀ ਭੈਣ ਨੇ ਬਚਾ ਕੇ ਮੈਨੂੰ ਖੇਡਾਂ ਖੇਡਦੇ ਰਹਿਣਾ ਆ। ਮੈਂ ਤਾਂ ਆਪਣੀ ਭੈਣ ਨਾਲ ਪਿਆਰੇ ਬਹੁਤ ਕਰਦਾ, ਪਹਿਲਾਂ ਇਹਨੂੰ ਪਵਾਵੋ। ਕਹਿੰਦੇ ਇਸਤਰੀ ਨਹੀਂ ਪਾ ਸਕਦੀ, ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਵੀ ਨਹੀਂ ਪਾਉਣ ਲੱਗਾ। ਕੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਉਸ ਸਮੇਂ ਪਿੰਡ ਦੇ ਲੋਕਾਂ ਨੇ, ਪੰਡਤ ਜੀ ਨੇ, ਪਿਤਾ ਜੀ ਨੇ ਤਾੜਿਆ ਨਹੀਂ ਹੋਵੇਗਾ? ਜੇ ਮਨਾ ਹੀ ਕਰਨਾ ਸੀ ਤੇ ਸਾਰਾ ਅਡੰਬਰ ਕਿਉਂ ਰਚਾਇਆ? ਮਨਾ ਕਰਨਾ ਸੀ ਤੇ ਕਿਉਂ ਇੰਨਾ ਸਾਰਾ ਕੁਝ ਖਿਲਾਰਿਆ ਵਾ? ਪਰ ਨਹੀਂ, ਗੁਰੂ ਨਾਨਕ ਸਾਹਿਬ ਜੀ ਨੇ ਉਹ ਸਾਰੀਆਂ ਝਿੜਕਾਂ ਸਹੀਆਂ ਨੇ, ਪਰ ਇੱਕ ਹਿੰਦੂ ਨੂੰ ਸਮਝਾਉਣ ਵਾਸਤੇ, ਪੰਡਤ ਨੂੰ ਸਮਝਾਉਣ ਵਾਸਤੇ, ਭਾਈ ਨਹੀਂ ਮੈਂ ਇਹ ਵਾਲਾ ਜਨੇਊ ਨਹੀਂ ਪਾ ਸਕਦਾ। ਜੇ ਮੈਨੂੰ ਪਵਾਉਣਾ ਆ, ਦਇਆ ਕੱਪਾ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹੈ ਤਾਂ ਭਾਂਡਾ ਘੱਤ। ਜੇ ਇਹ ਵਾਲਾ ਦਇਆ ਵਾਲਾ ਸੰਤੋਖ ਵਾਲਾ ਤੇਰੇ ਕੋਲ ਜਨੇਊ ਹੈਗਾ ਤੇ ਮੈਂ ਰੱਜ ਕੇ ਪਵਾਉਣ ਨੂੰ ਤਿਆਰ ਬੈਠਾ, ਤੇ ਪਾ ਦੇ, ਪਰ ਮੈਂ ਤੇਰਾ ਆਹ ਧਾਗਾ ਨਹੀਂ ਪਾ ਸਕਦਾ। ਨਾਲ ਮੈਂ ਰੁਕ ਕੇ ਬੇਨਤੀ ਕਰਦੇ ਆ, ਜਿਹੜੇ ਨਾ ਗੁਰੂ ਨਾਨਕ ਸਾਹਿਬ ਜੀ ਦੀ ਉਹ ਪੂਰਾ ਆਸਾ ਕੀ ਵਾਰ ਦੇ ਵਿੱਚ ਸ਼ਬਦ ਆ ਨਾ, ਉਹਦੇ ਵਿੱਚ ਸਤਿਗੁਰੂ ਜੀ ਨੇ ਨਾ ਧਾਗੇ ਦੀ ਮਹਿਮਾ ਗਾਉਂਦਿਆਂ ਨਾਲ ਸਾਨੂੰ ਵੀ ਵਿੱਚੇ ਲਿਆਂਦਾ ਆ। ਹੁਣ ਅਸੀਂ ਵੀ ਤਾਂ ਕਕਾਰ ਧਾਰਨ ਕੀਤੇ ਹੋਏ ਨੇ, ਅਸੀਂ ਵੀ ਕਕਾਰ ਧਾਰਨ ਕੀਤੇ ਨੇ। ਜੇ ਸਤਿਗੁਰੂ ਜੀ ਕਹਿੰਦੇ ਧਾਗਾ ਜੇ ਕਕਾਰ ਇਹ ਗਾਤਰੇ ਪਾਏ ਹੋਏ ਨੇ ਨਾ, ਤੇ ਇਹਨਾਂ ਦਾ ਸਹੀ ਮਕਸਦ ਕੀ ਆ? ਤੱਕ ਨਾ ਇੰਦਰੀ, ਤੱਕ ਨਾ ਨਾਰੀ, ਭਲ ਕੇ ਥੁੱਕ ਪਵੈ ਨਿਤ ਜਾੜੀ, ਤੱਕ ਨਾ ਪੈਰੀ, ਤੱਕ ਨਾ ਹੱਥੀ, ਤੱਕ ਨਾ ਜਿਹਵਾ, ਤੱਕ ਨਾ ਅੱਖੀ, ਵੇ ਤੱਕਾ ਆਪੇ ਵਤੈ ਬਟ ਧਾਗਾ ਅਵਰਾ ਕੱਤੈ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਭਾਈ, ਜਿਨ੍ਹਾਂ ਨੇ ਵੀ ਧਾਗੇ ਪਹਿਨੇ ਹੋਏ ਨੇ, ਅੰਮ੍ਰਿਤ ਛਕੇ ਹੋਏ ਨੇ ਨਾ ਭਾਈ, ਉਹਨਾਂ ਨੂੰ ਆਪਣੇ ਹੱਥਾਂ ਤੇ ਵੀ ਇਹ ਗਾਤਰੇ ਮਾਰ ਲੈਣੇ ਚਾਹੀਦੇ ਨੇ ਵੀ ਕਦੇ
ਅੱਖਾਂ ਤੇ ਵੀ ਆਪਣੇ ਗਾਤਰੇ ਬੰਨ ਲਵੋ, ਕਦੇ ਅੱਖਾਂ ਗਲਤ ਦੇਖਣੇ ਨਾ। ਇਹਨਾਂ ਕੰਨਾਂ ਤੇ ਵੀ ਗਾਤਰੇ ਮਾਰ ਲਵੋ ਤਾਂ ਜੋ ਕੰਨ ਕੁਝ ਗਲਤ ਸੁਣੇ ਨਾ ਸਕਣ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਸਾਰਿਆਂ ਦੀ ਇਹ ਬਾਤ ਕੀਤੀ ਆ, ਇਕੱਲੇ ਹਿੰਦੂਆਂ ਦੀ ਵੀ ਗੱਲ ਨਹੀਂ ਕੀਤੀ। ਸਾਡੀ ਵੀ ਵਿੱਚ ਇਹ ਗੱਲ ਆ, ਜੇ ਸਾਨੂੰ ਕੁਝ ਵੱਖਰਾ ਦਿੱਤਾ ਆ ਵਾ, ਅੰਮ੍ਰਿਤ ਸੰਚਾਰ ਸਾਨੂੰ ਕਰਵਾਇਆ, ਬੀਬੀਆਂ ਭੈਣਾਂ ਸਭ ਜਣੇ ਛਕ ਸਕਦੇ ਨੇ, ਇੱਕੋ ਬਾਟੇ ਵਿੱਚੋਂ ਛਕਦੇ ਨੇ। ਤੇ ਗੁਰੂ ਨਾਨਕ ਸਾਹਿਬ ਜੀ ਨੇ ਨਾਲ ਦੀ ਨਾਲ ਇਹ ਵੀ ਕਹਿ ਦਿੱਤਾ, ਜਿਵੇਂ ਹਿੰਦੂ ਨੂੰ ਕਹਿੰਦਾ ਵੀ ਜਨੇਊ ਪਾਉਣ ਦਾ ਕੋਈ ਫਾਇਦਾ ਨਹੀਂ ਜਿਹੜਾ ਮੇਰੀ ਭੈਣ ਨਹੀਂ ਪਾ ਸਕਦੀ, ਮੈਂ ਤੁਹਾਨੂੰ ਵੀ ਇਹੋ ਸਮਝਾਉਣਾ, ਜੇ ਧਾਗੇ ਬੰਨੇ ਨੇ ਆਪਣੀ ਜ਼ਿੰਦਗੀ ਵਿੱਚ ਤੇ ਇਹਨਾਂ ਧਾਗਿਆਂ ਦੀ ਅਹਿਮੀਅਤ ਨੂੰ ਸਮਝੀਏ। ਗਾਤਰੇ ਪਾਏ ਨੇ, ਇਹਨਾਂ ਗਾਤਰਿਆਂ ਦੀ ਅਹਿਮੀਅਤ ਨੂੰ ਸਮਝੀਏ, ਇਹਨਾਂ ਕੜਿਆਂ ਦੀ ਅਹਿਮੀਅਤ ਨੂੰ ਸਮਝੀਏ। ਇਹ ਜਿਹੜਾ ਸਿਰ ਤੇ ਕੰਘਾ ਲਾਇਆ ਵਾ, ਇਹ ਗੁਰੂ ਦਾ ਆਸ਼ੀਰਵਾਦ ਆ ਵਾ, ਇਹਨੂੰ ਸਮਝੀਏ ਇਸ ਗੱਲ ਨੂੰ। ਸਤਿਗੁਰੂ ਜੀ ਨੇ ਪਹਿਲਾਂ ਪਾਂਡੇ ਨੂੰ ਸਮਝਾਇਆ ਵਾ, ਹੁਣ ਸਤਿਗੁਰੂ ਜੀ ਉਹ ਪੰਡਤ ਜੀ ਨੂੰ ਸਮਝਾਉਂਦੇ ਨੇ। ਅਗਾਂਹ ਸਤਿਗੁਰੂ ਜੀ ਜਦੋਂ ਹੁਣ ਪਹਿਲੀ ਉਦਾਸੀ ਧਾਰਨ ਕਰਦੇ ਨੇ ਨਾ, ਗੁਰੂ ਨਾਨਕ ਸਾਹਿਬ ਜੀ ਦੀ ਪਹਿਲੀ ਉਦਾਸੀ ਆ 8 ਸਾਲਾਂ ਦੀ। 8 ਸਾਲਾਂ ਦੀ ਉਦਾਸੀ ਧਾਰਨ ਕਰਨ ਤੋਂ ਪਹਿਲਾਂ ਨਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਸੱਚਾ ਵਪਾਰ ਕਰਨਾ ਸਿਖਾਇਆ। ਹੁਣ ਇਹਦੇ ਵਿੱਚ ਵੀ ਇਨਸਾਨੀਅਤ ਦਾ ਪਾਠ ਹੈ। ਗੁਰੂ ਨਾਨਕ ਸਾਹਿਬ ਜੀ ਦਾ ਮੈਂ ਪੂਰਾ ਜੀਵਨ ਨਹੀਂ ਅਸੀਂ ਬਿਆਨ ਕਰ ਸਕਦੇ, ਕਿਉਂਕਿ ਪਲ ਪਲ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੁਝ ਨਾ ਕੁਝ ਰਹਿਮਤਾਂ ਬਰਸਾਈਆਂ ਹੋਈਆਂ। ਕਿਉਂਕਿ ਜਦੋਂ ਉਹ ਪ੍ਰਕਾਸ਼ ਹੁੰਦੇ ਨੇ ਨਾ, ਉਦੋਂ ਤੋਂ ਹੀ ਉਹਨਾਂ ਨੂੰ ਗੁਰਤਾ ਗੱਦੀ ਦਾ ਜਿਹੜਾ ਖਿਤਾਬ ਆ ਮਿਲ ਚੁੱਕਾ ਆ। ਇੱਕ ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਚੋਜਾਂ ਦੇ ਨਾਲ ਭਰਿਆ ਹੋਇਆ। ਹੁਣ ਵਪਾਰ ਅਸੀਂ ਵੀ ਕਰਦੇ ਆ, ਸਾਨੂੰ ਵੀ ਸਿਖਾਇਆ ਜਾਂਦਾ ਵੀ ਵਪਾਰ ਕਰਨਾ ਨਾ, ਇੱਕ ਸਸਤੀ ਚੀਜ਼ ਲੈ ਕੇ ਆਉਣੀ ਆ, ਉਹਨੂੰ ਵੱਧ ਮੁੱਲ ਤੇ ਵੇਚਣਾ ਆ, ਵਪਾਰ ਕਰਨਾ ਆ। ਅਸੀਂ ਸਾਰੇ ਕਰਦੇ ਆ ਇਹ ਵਪਾਰ, ਸਾਨੂੰ ਵੀ ਸਿਖਾਇਆ ਜਾਂਦਾ। ਪਿਤਾ ਕਾਣੂ ਨੇ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਅਸੀਂ ਰੁਪਏ ਕਹਿ ਦਿੰਦੇ ਆ ਅੱਜ ਦੀ ਭਾਸ਼ਾ ਵਿੱਚ, ਪਰ ਉਦੋਂ ਆਨੇ ਚੱਲਦੇ ਨੇ, 20 ਆਨੇ ਦਿੱਤੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵਪਾਰ ਉਹਨਾਂ ਨੂੰ ਵੀ ਸਮਝਾਇਆ ਗਿਆ, ਭਾਈ ਉੱਥੋਂ ਕੋਈ ਸਸਤੀ ਚੀਜ਼ ਲੈ ਕੇ ਆਉਣੀ ਆ, ਇੱਥੇ ਆ ਕੇ ਉਹਦਾ ਮੁੱਲ ਪੈ ਜਾਣਾ। ਆਪਣੀ ਜਿੰਨਾ ਵੀ ਤੁਹਾਨੂੰ ਉਹਦੇ ਵਿੱਚੋਂ ਮੁਨਾਫਾ ਜਾਂ ਜਿੰਨਾ ਤੁਹਾਨੂੰ ਚਾਹੀਦਾ ਨਾ, ਉਹਨਾਂ ਹੱਕ ਰੱਖ ਲਿਓ ਜਿੰਨਾ ਤੁਹਾਡਾ ਬਣਦਾ ਆ। ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਸਾਨੂੰ ਵਪਾਰ ਲਈ ਸਿਖਾਈਆਂ ਨੇ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਸਿਖਾਈਆਂ। ਪਰ ਮੁੱਕਦੀ ਗੱਲ, ਅਸੀਂ ਨੇ ਵਪਾਰ ਇੰਨੇ ਦਾ ਸ਼ੁਰੂ ਕਰ ਲਿਆ, ਅਸੀਂ ਕਿਸੇ ਦੇ ਮੁੱਖ ਦੇ ਵਿੱਚੋਂ ਟੁੱਕ ਖੋਣ ਵਾਸਤੇ ਵੀ ਤਿਆਰ ਹੋ ਜਾਂਦੇ ਹਾਂ। ਆਪਣਾ ਹੱਕ ਤਾਂ ਲੈਣਾ ਹੀ ਲੈਣਾ ਆ, ਆਪਣੇ ਹੱਕ ਦੇ ਨਾਲ ਨਾਲ ਇੰਨਾ ਕੁ ਨਜਾਇਜ਼ ਅਸੀਂ ਧੱਕਾ ਕਰ ਲੈਂਦੇ ਆ, ਕਿਸੇ ਦਾ ਹੱਕ ਵੀ ਅਸੀਂ ਖਾਣ ਨੂੰ ਤਿਆਰ ਹੋ ਜਾਂਦੇ ਆ। ਬਣਦਾ ਹੱਕ ਤਾਂ ਲੈਣਾ ਆ, ਜਿੰਨੀ ਮੈਂ ਮਿਹਨਤ ਕੀਤੀ ਆ, ਮਿਹਨਤ ਦਾ ਮੁੱਲ ਤਾਂ ਲੈਣਾ ਹੀ ਲੈਣਾ। ਮਿਹਨਤ ਦੇ ਮੁੱਲ ਤੋਂ ਵੱਧ ਕੇ ਅਸੀਂ ਹੱਕ ਮਾਰਨ ਤੱਕ ਵੀ ਜਾਂਦੇ ਆ ਵੀ ਕਿਵੇਂ ਨਾ ਕਿਵੇਂ ਮੈਂ ਇਹਦਾ ਹੱਕ ਮਾਰੇ ਲਵਾਂ। ਇਸ ਅਸੀਂ ਆਪਣੇ ਅੱਜ ਦੇ ਸਮਾਜ ਵਿੱਚ ਵੇਖਦੇ ਆ, ਪਰ ਗੁਰੂ ਨਾਨਕ ਸਾਹਿਬ ਜੀ ਨੇ ਕਦੇ ਕਿਸੇ ਦਾ ਹੱਕ ਨਹੀਂ ਸੀ ਮਾਰਿਆ। 20 ਆਨਿਆਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਸਦਾਂ ਲਿਆਂਦੀਆਂ, ਉਹਨਾਂ ਭੁੱਖੇ ਸਾਧੂਆਂ ਨੂੰ ਜਿੱਥੇ ਭੋਜਨ ਛਕਾਇਆ ਨਾ, ਨਾਲ ਨਾਲ ਉਹਨਾਂ ਨੂੰ ਉਹਨਾਂ ਦੀ ਪੱਕੀ ਖੁਰਾਕ ਤੇ ਲਾ ਦਿੱਤਾ, ਭਾਵ ਉਹਨਾਂ ਨੂੰ ਰੁਜ਼ਗਾਰ ਦੇ ਦਿੱਤਾ। ਇਨਸਾਨੀਅਤ ਦਾ ਪਾਠ ਉੱਥੇ ਵੀ ਪੜ੍ਹਾਇਆ। ਸਾਨੂੰ ਵੀ ਚਾਹੀਦਾ ਐਵੇਂ ਦਾ ਵਪਾਰ ਕਰਨਾ। ਜਦੋਂ ਆ ਮਾਲਕ ਨੇ ਨਾ, ਜਦੋਂ ਹੱਥ ਨਾ ਕਿਸੇ ਨੂੰ ਦੇਣ ਜੋਗੇ ਹੋ ਜਾਣ, ਸਮਝ ਲਿਓ ਜਦੋਂ ਆ ਹੱਥ ਕਿਸੇ ਨੂੰ ਦੇਣ ਜੋਗੇ ਹੋ ਗਏ, ਪਤਾ ਲੱਗਦਾ ਕਿ ਇਹਨਾਂ ਹੱਥਾਂ ਦੇ ਨਾਲ ਦਸਵੰਧ ਨਿਕਲਣਾ ਸ਼ੁਰੂ ਹੋ ਗਿਆ। ਦਸਵੰਧ ਨੂੰ ਜੋੜੀ ਚੱਲੋ, ਜੋੜੀ ਚੱਲੋ। ਜਿਹਨੂੰ ਪਤਾ ਲੱਗਦਾ ਵੀ ਆ ਮਿਹਨਤੀ ਆ ਨਾ, ਇਹਦਾ ਰੁਜ਼ਗਾਰ, ਇਹਨੂੰ ਬਣਦਾ ਰੁਜ਼ਗਾਰ ਦੇਣ ਵਾਸਤੇ ਤਤਪਰ ਹੋ ਜਾਓ। ਜੇ ਇਨਸਾਨੀਅਤ ਸਿੱਖਣੀ ਆ, ਗੁਰੂ ਨਾਨਕ ਸਾਹਿਬ ਜੀ ਨੇ ਇਨਸਾਨੀਅਤ ਦਾ ਪਾਠ ਪੜਾਇਆ, ਉਹਨਾਂ ਨੂੰ ਉਹਨਾਂ ਦੀ ਪੱਕੀ ਖੁਰਾਕ ਤੇ ਲਾ ਦਿੱਤਾ, ਭਾਵ ਪੱਕਾ ਰੁਜ਼ਗਾਰ ਉਹਨਾਂ ਨੂੰ ਦੇ ਦਿੱਤਾ। ਹੁਣ ਨਾ ਇਹਨਾਂ ਨੂੰ ਕਦੇ ਮੰਗ ਕੇ ਖਾਣ ਦੀ ਲੋੜ ਪਵੇ, ਪੱਕੇ ਰੁਜ਼ਗਾਰ ਨਾਲ ਜੋੜ ਦਿੱਤਾ। ਸਾਨੂੰ ਵੀ ਜੇ ਲੱਗਦਾ ਵੀ ਕੋਈ ਮਿਹਨਤੀ ਆ, ਆਪਣੇ ਦਸਵੰਧ ਦੀ ਭੇਟਾ ਇਕੱਠੀ ਕਰਕੇ ਉਹਨੂੰ ਅਜਿਹੇ ਰੁਜ਼ਗਾਰ ਦੇ ਨਾਲ ਜੋੜ ਦਵੋ, ਉਹਨੂੰ ਸਾਰੀ ਜ਼ਿੰਦਗੀ ਮੰਗਣਾ ਹੀ ਨਾ ਪਵੇ। ਆਹ ਇਨਸਾਨੀਅਤ ਗੁਰੂ ਨਾਨਕ ਸਾਹਿਬ ਨੇ ਸਿਖਾ ਕੇ ਜਾਂਦੇ ਨੇ। ਪਹਿਲੀ ਉਦਾਸੀ ਵਪਾਰ ਕਰਨਾ ਵੀ ਸਿਖਾਇਆ ਸਾਨੂੰ। ਵਪਾਰ ਕਰਕੇ ਸਤਿਗੁਰੂ ਜੀ ਨੇ ਆਪ ਉਹ ਸਾਰਾ ਕੁਝ ਸਹਾਰਿਆ ਵਾ।
कि जदों असीं सुणदे आ कि जदों गुरु नानक पातशाह जी दे पिता जी चपेड़ मारदे ने कि उन्होंने दर्द नहीं सहारिया इंसानियत दे वास्ते, किन्ना मां ने बचा बचा के रखना इंसानियत दे वास्ते। हर एक दुख गुरु नानक पातशाह जी ने झेलिया, पर इंसानियत दे पिछे सतगुरु जी अपने आप को कुर्बान करते। 8 साल गुरु नानक पातशाह जी पहली उदासी ला के आउंदे। हुण भाई मरदाना जी नाल ने जिहड़े गुरु नानक साहब जी दे नाल अद्धी सदी गुरबाणी दा कीर्तन करते हैं। भाई मरदाने नूं भी चेते करना साडा उन्ना ही फर्ज है जिन्ना असीं गुरु नानक साहब जी नूं चेते करते हैं। 70 साल गुरु नानक साहब जी जिहदे विचों 50 साल मरदाने ने नाल रह के गुरु नानक दी सेवा कीती आ। हर एक जिहड़ा तत्ते ठंडे झोले आए ने ना जिंदगी दे विच भाई मरदाने ने बराबर सहे ने, बराबर सह के गुरु नानक साहब जी दे नाल खलोता वा वो बाह फड़ के गुरु नानक साहब जी दी बातां करदे आ ओनू भी चेते करदा आ वा। हुण जदों 8 साल की उदासी तो खत्म हो के ना गुरु नानक साहब जी जदों आउंदे ने अपने घर दे विच उन्हां समय च किहड़ा गा चिट्ठी पत्तर आवा जे है भी आ ते गुरु नानक साहब जी नूं किवें चिट्ठी पत्तर दिता जावे, क्योंकि एक थां ते तां गुरु नानक साहब जी रह नहीं रहे, वो तां निरंतर चलते जा रहे ने। गुरु नानक साहब जी नूं चिट्ठी पत्तर भी नहीं कोई, पर जदों 8 साल बिना दसे गुरु नानक पातशाह जी अपने घर विच जांदे ने ते भाई मरदाना जदों अपने घर विच जांदा ना अपने घर विच जांदे आ बैठा आ जाके जे सामने वेखदा आ वा उन्हां दे सामने पिता जी बैठे ने भाई बदरा जी सामने बैठे ने बदरा जी ते जाके जदों अपने पिता दे हथ लाउंदे ने पैरी हथ लाउंदे ने गलवकड़ी विच लैंदे ने ते सारे परिवार ने खुशियां माणियां कि 8 सालां बाद साडा पुੱਤ घर च आया। हुण 8 सालां बाद कोई घर च आया, अज वाला समा थोड़ा वा, अज साडे बच्चे जे बाहर बैठे ने अज तां असीं वीडियो कॉल नाल झट देख लैंदे आ। कई मावां नूं धरासा नहीं पैंदा जिन्ना चिर वो बोल ना सुन लैण अपने बच्चिआं दे, पर वो 8 साल किन्ना हुंदा 8 साल कोई चिट्ठी पत्तर नहीं, कोई नहीं पता भी किहो जिहा भेखा वा। जदों घर दे विचों निकले सी ते आ दाढ़ी दे चिट्टे काले वाल सी ते जदों आउंदे ने ते 8 सालां बाद अज चिट्टी दाढ़ी हो के आउंदी आ वा। जदों आके पत्नी मिलती आ वा पत्नी आके गल्लां शुरू ही करदी आ, अजे पिछों एक इस्त्री आउंदी है जिहड़ी भाई मरदाना जी नूं आके एक पानी दा गिलास फड़ाउंदी आ। पानी का गिलास फड़न की बजाय अजे पुछते ने अपने परिवार वाले बंदरा जी तो पुछते ने अपने पिता जी तो कि ये कौन ने, अजे अखां अखां दे नाल पुछते ने भी ये कौन आ। फिर भाई मरदाना जी नूं दसदे ने कि ये तेरी नूह रानी आ, ये तेरी नूह रानी आ, मेरा पुੱਤ ਵਿਆਹਿਆ ਗਿਆ। जिवें 8 साल बाद परते ना एक प्यो ने सुखा लद्दा एक पुੱਤ होवे, एक पुੱਤ ने भी एक पुੱਤ नूं विआहना होवे, प्यो ने बरात भी नहीं गया होवे, प्यो ने एक कारज ना कीता होवे विआह वाला, सिद्धा नूह नूं मिलदा जावा ते किहो जिहा वो प्यार होवेगा। कि इहनूं असीं सिੱਖੀ नहीं कहांगे, कि इहनूं असीं कुर्बानी नहीं कहांगे गुरु नानक साहब जी दे नाल जुड़ियां दी। किहो जी कुर्बानी आ गुरु नानक साहब जी दे जिहड़े नाल खलोते ने। हजे होर एक छोटा जिहा बच्चा 2 सालां दा वो भी भाई मरदाने की गोद विच रखदे ने कि तेरा पोता आया वा। किन्ना लाड आया होवेगा, किन्ना चाह आया होवेगा कि अखां नहीं भिजियां होणगीआं उदों भाई मरदाने दियां भी जिहड़ा पुੱਤ मैं रब तो मंग मंग के लिया मैनूं अपने पुੱਤ दी बरात ना चढ़न दित्ता गया। मैं गुरु नानक पातशाह जी दे नाल इन्ना किते गिला आया मन विच गुरु नानक साहब जी प्रति कि मैं अपने परिवार दी जिहड़ियां जिहड़ियां खुशियां मैं माणनियां सी मैं माण ना सकिया। पर नहीं, ये भी सिੱਖੀ आ वा जिहड़ी भाई मरदाने ने रच के कमाई आ वा। असीं एवें भाई मरदाने नूं भाई एवें ना बना दईए कि ओनूं सिर्फ असीं गुरु नानक साहब जी दा साथी नहीं, बहुत कुर्बानियां भाई मरदाना जी दी। हर एक सिख की कुर्बानियां इंसानियत उत्थे भी सिखा के सानू गए। दूजी उदासी गुरु नानक पातशाह जी की सारी सतगुरु जी ने ना जिहड़ी वो जोगियां दे नाल कीती आ।
ਜੋਗੀਆਂ ਦੇ ਨਾਲ ਜਾ ਜਾ ਕੇ, ਜਿਹੜਾ ਜੋਗੀਆਂ ਦਾ ਇੱਕ ਪੂਰਾ ਇੱਕ ਮੰਡਲੀ ਆ ਨਾ, ਜੋਗੀ ਜਿਹੜੇ ਸਦਾ ਹੀ ਗੋਸ਼ਟੀਆਂ ਕਰਨ ਦੇ ਵਿੱਚ ਤਿਆਰ ਰਹਿੰਦੇ ਨੇ। ਗੁਰੂ ਨਾਨਕ ਸਾਹਿਬ ਜੀ ਦੇ ਨਾਲ ਵੀ ਹੁਣ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਹਰ ਇੱਕ ਇਲਾਕੇ ਵਿੱਚ ਦਬਦਬਾ ਬਣ ਗਿਆ। ਹੁਣ ਪਹਿਲੀ ਉਦਾਸੀ ਸਤਿਗੁਰੂ ਜੀ ਦੀ ਪੂਰੀ ਹਿੰਦੁਸਤਾਨ ਤੇ ਨਾ ਜਿੰਨੇ ਵੀ ਹਿੰਦੂਆਂ ਦੇ ਧਾਰਮਿਕ ਅਸਥਾਨ ਨੇ ਉੱਥੇ ਹੋਈ ਆ। ਹੁਣ ਸਾਰਿਆਂ ਨੂੰ ਪਤਾ ਵੀ ਗੁਰੂ ਨਾਨਕ ਸਾਹਿਬ ਜੀ ਇੱਕ ਅਜਿਹੇ ਨੇ ਜਿਹਨੂੰ ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਵੀ ਇੱਕ ਹੈ ਅਜਿਹਾ ਗੁਰੂ ਨਾਨਕ ਪਾਤਸ਼ਾਹ ਭਾਈ ਜਿਨ੍ਹਾਂ ਨੇ ਇੱਕ ਵੱਖਰੀ ਗੱਲ ਕਰਨੀ ਆ, ਹੈ ਇੱਕ ਅਜਿਹਾ ਭਾਈ ਜਿਹਨੇ ਵੱਖਰੀ ਗੱਲ ਕਰਨੀ ਆ ਤੇ ਵੱਖਰਾ ਸਿਧਾਂਤ ਦੇਣਾ ਆ। ਹੁਣ ਸਾਰੇ ਜੋਗੀਆਂ ਨੂੰ ਵੀ ਪਤਾ ਵੀ ਤਿਆਰੀ ਕਰ ਲਓ ਵੀ ਗੁਰੂ ਨਾਨਕ ਸਾਹਿਬ ਆਉਂਦੇ ਨੇ। ਉਹਨਾਂ ਦਾ ਇੱਕ ਗਾੜਾ ਵਾ ਗੋਰਖਮਤਾ, ਗਾੜਾ ਉਹਨਾਂ ਦਾ, ਜਿੱਥੇ ਜਾਣ ਲੱਗਿਆ ਆਮ ਬੰਦਾ ਝਿਜਕਦਾ ਪਰ ਗੁਰੂ ਨਾਨਕ ਸਾਹਿਬ ਜੀ ਜਾਂਦੇ ਨੇ। ਹੁਣ ਇੱਥੇ ਭਾਈ ਸਾਹਿਬ ਨੇ ਸ਼ਬਦ ਪੜ੍ਹਿਆ ਨਾ, ਕੌਣ ਗੁਰੂ ਕਿਸ ਕਾ ਤੂੰ ਚੇਲਾ, ਇਹ ਜਿਹੜੀ ਸਿੱਧ ਗੋਸ਼ਟ ਦੀ ਬਾਣੀ ਆ ਉਹਦੇ ਵਿੱਚ ਦਰਜ ਆ ਵਾ। ਇਹ ਸਿੱਧਾ ਨਹੀਂ ਸਵਾਲ ਕੀਤਾ ਸੀ ਗੁਰੂ ਨਾਨਕ ਸਾਹਿਬ ਜੀ ਨੂੰ, ਸਿੱਧਾ ਨੇ ਇਹਨਾਂ ਜੋਗੀਆਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਕੀਤਾ ਵੀ ਪਹਿਲਾਂ ਤੇਰੇ ਨਾਲ ਬਾਅਦ ਵਿੱਚ ਅਸੀਂ ਗੱਲ ਕਰਾਂਗੇ, ਪਹਿਲਾਂ ਇਹ ਦੱਸੋ ਵੀ ਕਿਹੜਾ ਤੇਰਾ ਗੁਰੂ ਆ, ਕਿਹਦਾ ਤੂੰ ਚੇਲਾ ਆ, ਤਾਂ ਅਸੀਂ ਗੱਲ ਕਰਾਂਗੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੇਰਾ ਕੋਈ ਚੇਲਾ ਨਹੀਂ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਮੈਂ ਤਾਂ ਸ਼ਬਦ ਦਾ ਪੁਜਾਰੀ ਆ, ਮੇਰਾ ਕੋਈ ਗੁਰੂ ਨਹੀਂ, ਮੈਂ ਤਾਂ ਸਿਰਫ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਨਾਲ ਜੁੜਿਆ ਹੋਇਆ, ਮੈਂ ਤਾਂ ਆਪਣੇ ਧੁਰੇ ਨਾਲ ਜੁੜਿਆ ਹੋਇਆ, ਮੈਨੂੰ ਤਾਂ ਧੁਰੇ ਦਾ ਪਤਾ, ਮੈਂ ਧੁਰੇ ਨਾਲ ਜੁੜਿਆ ਹੋਇਆ, ਮੈਂ ਨਹੀਂ ਕਿਸੇ ਦਾ ਗੁਰੂ, ਨਾ ਮੇਰਾ ਕੋਈ ਗੁਰੂ ਆ, ਨਾ ਮੇਰਾ ਕੋਈ ਚੇਲਾ ਵਾ, ਮੈਂ ਤਾਂ ਸਿਰਫ ਆਪਣਾ ਸ਼ਬਦ ਨਾਲ ਪਿਆਰ ਪਾਇਆ ਹੋਇਆ ਵਾ। ਜਦੋਂ ਵਿਚਾਰਾਂ ਕੀਤੀਆਂ, ਐਡੀ ਵਿਚਾਰ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੇ ਨਾਲ ਕੀਤੀ ਨਾ, ਉਹਨਾਂ ਨੂੰ ਸਿਰ ਝੁਕਣਾ ਪੈ ਗਿਆ, ਇਹ ਵੀ ਕਹਿਣਾ ਪੈ ਗਿਆ ਵੀ ਇਹਦੇ ਤੋਂ ਅੱਜ ਤੋਂ ਬਾਅਦ ਇਹਦਾ ਨਾਮ ਹੀ ਬਦਲ ਦਿਓ। ਗੋਰਖਮਤਾ ਬਦਲ ਕੇ ਉਹਨਾਂ ਨੇ ਨਾਮ ਹੀ ਬਦਲ ਦਿੱਤਾ, ਕਹਿੰਦੇ ਨਾਨਕ ਮਤਾ ਰੱਖਿਆ ਜਾਵੇ। ਇੰਨਾ ਗੁਰੂ ਨਾਨਕ ਸਾਹਿਬ ਜੀ ਦਾ ਦਬਦਬਾ। ਤੀਜੀ ਉਦਾਸੀ ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਜਿੰਨੇ ਮੁਸਲਮਾਨਾਂ ਦੇ ਮੱਕਾ, ਮਦੀਨਾ, ਬਗਦਾਦ ਦੀ ਧਰਤੀ, ਉਹਨਾਂ ਸਾਰੀਆਂ ਥਾਵਾਂ ਤੇ ਪ੍ਰਚਾਰ ਕੀਤਾ। ਉਹਨਾਂ ਨੂੰ ਵੀ ਸਤਿਗੁਰੂ ਜੀ ਨੇ ਸਿੱਖਿਆ ਦਿੱਤੀ ਆ। ਬਾਖੂਬੀ ਅਸੀਂ ਸਾਰੇ ਇਤਿਹਾਸ ਤੋਂ ਜਾਣੂ ਆ। ਚੌਥੀ ਉਦਾਸੀ ਸਤਿਗੁਰੂ ਜੀ ਨੇ ਸਿੱਧਾ ਨਾਲ ਕੀਤੀ। ਅਚਲ ਬਟਾਲੇ ਦੀ ਧਰਤੀ ਤੇ ਨਾ ਸਿੱਧਾ ਨੇ ਕੀ ਕੀਤਾ, ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਸਾਰੇ ਸੰਸਾਰ ਦੇ ਵਿੱਚ ਦਬਦਬਾ ਬਣ ਗਿਆ ਨਾ, ਪੂਰੇ ਸੰਸਾਰ ਦੇ ਵਿੱਚ ਦਬਦਬਾ ਬਣ ਗਿਆ, ਸਿੱਧਾ ਨੇ ਇੱਕ ਚਾਲ ਖੇਡੀ ਵੀ ਜੇ ਅਸੀਂ ਇਹਦੇ ਤੋਂ ਹਾਰ ਕੇ ਨਾ, ਇਹ ਨਾ ਹੋ ਜਾਵੇ ਸਾਨੂੰ ਹਾਰ ਦਾ ਮੂੰਹ ਵੇਖਣਾ ਪੈ ਜਾਵੇ, ਕਿਤੇ ਸਾਰੇ ਪਾਸੇ ਹਿੰਦੂਆਂ ਨੂੰ ਇਹ ਸਮਝਾਇਆ ਏ, ਮੁਸਲਮਾਨਾਂ ਨੂੰ ਇਹਨਾਂ ਨੇ ਸਮਝਾ ਦਿੱਤਾ, ਜੋਗੀਆਂ ਨੂੰ ਵੀ ਸਮਝਾ ਦਿੱਤਾ, ਰਹਿ ਗਏ ਨੇ ਸਿੱਧ ਲੋਕ। ਰਾਜੇ ਜਾਬਰ ਨੂੰ ਵੀ, ਬਾਬਰ ਨੂੰ ਵੀ ਜਾਬਰ ਇਹ ਕਹਿ ਕੇ ਆ ਗਏ ਨੇ, ਸਾਰੇ ਪਾਸੇ ਇਹਨਾਂ ਨੇ ਆਪਣੀ ਬੰਦ ਖਲਾਸੀ ਕਰ ਲਈ ਆ, ਕਿਉਂ ਨਾ ਭਾਈ ਹੁਣ ਆਪਾਂ ਨੇ ਵੀ ਹਾਰਨਾ। ਸਿੱਧਾ ਨੇ ਕੀ ਕੀਤਾ ਨਾ, ਅਚਲ ਬਟਾਲੇ ਦੀ ਧਰਤੀ ਤੇ ਇੱਕ ਟੋਆ ਪੁੱਟ ਕੇ ਨਾ ਉਹਦੇ ਵਿੱਚ ਇੱਕ ਬੱਚਾ ਬਿਠਾ ਦਿੱਤਾ, ਉਹਨੂੰ ਸਮਝਾ ਦਿੱਤਾ ਵੀ ਜਦੋਂ ਅਸੀਂ ਬੋਲਾਂਗੇ ਵੀ ਧਰਤੀ ਕਿਹਦੀ ਆ ਤੇ ਤੁਸੀਂ ਕਹਿਣਾ ਸਿੱਧਾਂ ਦੀ ਧਰਤੀ ਆ। ਬੱਚੇ ਨੂੰ ਸਮਝਾਇਆ ਗਿਆ, ਕਾਨਿਆਂ ਦੀ ਛੱਤ ਪਾ ਕੇ ਢੱਕ ਦਿੱਤਾ। ਗੁਰੂ ਨਾਨਕ ਸਾਹਿਬ ਜੀ ਵੀ ਬਹਿ ਗਏ, ਸਿੱਧ ਲੋਕ ਵੀ ਬਹਿ ਗਏ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਵੀ ਦੱਸੋ ਭਾਈ, ਜੇ ਗੁਰੂ ਨਾਨਕ ਸਾਹਿਬ ਜੀ ਨਾਲ ਗੱਲ ਕਰਦੇ ਆ, ਕਹਿਣ ਲੱਗੇ ਭਾਈ, ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗੇ ਵੀ ਇਹ ਧਰਤੀ ਨੂੰ ਪੁਕਾਰ ਕਰਾਂਗੇ ਵੀ ਧਰਤੀ ਵੇਖਦੇ ਆ ਕਿਹਨਾਂ ਦੀ ਗੱਲ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਮੈਂ ਤਾਂ ਨਹੀਂ ਬੁਲਾਉਣਾ, ਕਿਉਂਕਿ ਧਰਤੀ ਨੇ ਕਿਹੜਾ ਬੋਲਣਾ ਆ ਵਾ, ਤੁਹਾਨੂੰ ਲੱਗਦਾ ਭਾਈ ਤੁਸੀਂ ਦੇਖ ਲਵੋ। ਹੁਣ ਉਹ ਬੋਲਦੇ ਨੇ, ਧਰਤੀ ਤੂੰ ਕੀ ਆ, ਕੀ ਆ। ਹੁਣ ਜਿਹੜਾ ਬੱਚਾ ਅੰਦਰ ਬੈਠਾ ਸਾਹ ਘੁੱਟਣ ਕਰਕੇ ਉਹਨੂੰ ਸਾਏ ਨਾਲ ਆਇਆ। ਗੁਰੂ ਨਾਨਕ ਸਾਹਿਬ ਜੀ ਹੱਥ ਜੋੜ ਕੇ ਕਹਿਣ ਲੱਗੇ, ਸਿੱਧੋ ਜਿੱਤ ਤੁਸੀਂ ਜਾਵੋ, ਮੈਨੂੰ ਕੋਈ ਗਿਲਾ ਨਹੀਂ, ਪਰ ਜਿਹੜਾ ਵਿੱਚ ਇੱਕ ਇਨਸਾਨੀਅਤ ਦਾ ਇੱਕ ਬੱਚਾ ਬੈਠਾ, ਇਹਨੂੰ ਬਾਹਰ ਕੱਢ। ਜਿਹਦਾ ਗ੍ਰਸਤੀ ਦਾ ਉਹ ਬੱਚਾ ਸੀ, ਜਦੋਂ ਉਹਨੇ ਵੇਖਿਆ ਨਾ, ਉਦੋਂ ਪਾਜ ਉਗੜਿਆ। ਸਿੱਧ ਲੋਕ ਵੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਉੱਥੇ ਵੀ ਇਨਸਾਨੀਅਤ ਦਾ ਪਾਠ ਪੜਾਇਆ। ਅਸੀਂ ਵੀ ਭਾਈ ਅੱਜ ਇਨਸਾਨੀਅਤ ਸਿੱਖ ਕੇ ਜਾਈਏ ਇੱਥੋਂ। ਹੁਣ ਸਾਡੇ ਵਿਚਕਾਰ ਹਜ਼ੂਰੀ ਰਾਗੀ ਭਾਈ ਸਾਹਿਬ ਜੀ ਪਹੁੰਚ ਚੁੱਕੇ ਨੇ, ਉਹਨਾਂ ਪਾਸੋਂ ਅਸੀਂ ਗੁਰਬਾਣੀ ਦਾ, ਕੀਰਤਨ ਦਾ ਆਨੰਦ ਮਾਣਨਾ ਆ। ਮੇਰੀਆਂ ਭੁੱਲਾਂ, ਗਲਤੀਆਂ, ਅਣਜਾਣੇ ਜਿਹੇ ਬੱਚੇ ਸਮਝ ਕੇ ਮਾਫ ਕਰਨਾ। ਅੰਤ ਨੂੰ ਬੁਲਾਓ, ਫਤਿਹ ਆਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सत्कारयोग गुरु खालसा जी
फतेह की सांझ करो। वाहिगुरू जी का खालसा, वाहिगुरू जी की फतेह। शाम के दीवान विच पहुंचिया सारिया संगतां नूं निकी जी आया, निकी जी आया। साडे दरबार साहब तो हजूरी रागी भाई साहब भाई कुलविंदर सिंह जी जो संगतां दे विच विराजमान ने, उन्होंने भी निकी जी आया। अज दे जगत गुरु पहली पातशाही साहिब श्री गुरु नानक देव जी दियां प्रकाश पुरब दियां